सो वेलकम स्टूडेंट्स। ਅੱਜ ਜਿਹੜਾ ਆਪਣੇ ਕੋਲ ਟੌਪਿਕ ਹੈ ਐਕਸੈਪਸ਼ਨ ਹੈਂਡਲਿੰਗ। ਸੋ ਇਸ ਟੌਪਿਕ ਦੇ ਵਿੱਚ ਆਪਾਂ ਦੇਖਾਂਗੇ ਕਿ ਐਕਸੈਪਸ਼ਨਸ ਕੀ ਹੁੰਦੀਆਂ ਨੇ, ਬੇਸਿਕਲੀ ਐਰਰਸ ਦੀ ਗੱਲ ਕਰਾਂਗੇ ਅਸੀਂ। ਸੋ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਯੂਜ਼ਿੰਗ ਜਾਵਾ ਦਾ ਇਹ ਲਾਸਟ ਟੌਪਿਕ ਹੈ, ਠੀਕ ਹੈ। ਸੋ ਸਿਲੇਬਸ ਦਾ ਲਾਸਟ ਯੂਨਿਟ ਹੈ ਤੁਹਾਡੀ ਐਕਸੈਪਸ਼ਨ ਹੈਂਡਲਿੰਗ, ਐਂਡ ਇਸ ਦੇ ਵਿੱਚ ਫਰਦਰ ਕੁਝ ਟੌਪਿਕਸ ਨੇ, ਇੰਪੋਰਟੈਂਟ ਟੌਪਿਕਸ ਨੇ, ਇੰਪੋਰਟੈਂਟ ਕੀਵਰਡਸ ਨੇ। ਸੋ ਉਹ ਧਿਆਨ ਨਾਲ ਦੇਖਣੇ ਆ ਸਭ ਨੇ, ਠੀਕ ਹੈ। ਸੋ ਪਹਿਲਾ ਕੁਐਸਚਨ ਸਟਾਰਟ ਕਰਦੇ ਹਾਂ ਜੋ ਕਾਮਨ ਕੁਐਸਚਨ ਆਉਂਦਾ, ਡਿਫਾਈਨ ਐਕਸੈਪਸ਼ਨ ਹੈਂਡਲਿੰਗ ਇਨ ਜਾਵਾ। ਜਾਵਾ ਦੇ ਵਿੱਚ ਐਕਸੈਪਸ਼ਨ ਹੈਂਡਲਿੰਗ ਕੀ ਹੁੰਦੀ ਹੈ। ਸੋ ਆਈ ਐਮ ਜ਼ੂਮਿੰਗ ਅ ਲਿਟਲ ਬਿਟ, ਠੀਕ ਹੈ। ਸੋ an exception is an event which occurs during the execution of a program that disrupts the normal flow of the program instruction। ठीक है। सो ਇਹਦਾ ਮਤਲਬ ਕੀ ਹੈ, ਐਕਸੈਪਸ਼ਨ ਇੱਕ ਈਵੈਂਟ ਦੀ ਤਰ੍ਹਾਂ, ਠੀਕ ਹੈ। ਇੱਕ ਈਵੈਂਟ ਕੀ ਹੁੰਦਾ ਹੈਗਾ, ਈਵੈਂਟ ਇਜ਼ ਬੇਸਿਕਲੀ ਕਿ ਜਦੋਂ ਕੋਈ ਪ੍ਰੋਗਰਾਮ ਦੇ ਵਿੱਚ ਕੁਝ ਹੋਇਆ, ਠੀਕ ਹੈ, ਸਮਥਿੰਗ ਅਕਰਡ, ਠੀਕ ਹੈ ਨਾ। ਸੋ ਕਿਸੇ ਪ੍ਰੋਗਰਾਮ ਦੇ ਵਿੱਚ ਕੋਈ ਚੀਜ਼ ਹੁੰਦੀ ਹੈ, ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ, ਈਵੈਂਟ ਕਹਿੰਦੇ ਹਾਂ। ਸੋ ਐਕਸੈਪਸ਼ਨ ਕਿੱਦਾਂ ਦਾ ਈਵੈਂਟ ਹੈ ਜਾਂ ਐਕਸੈਪਸ਼ਨ ਕਿੱਦਾਂ ਦੀ ਅਕਰੈਂਸ ਹੈ, ਜਦੋਂ ਤੁਹਾਡਾ ਪ੍ਰੋਗਰਾਮ ਐਗਜ਼ੀਕਿਊਟ ਕਰਦਾ ਹੈ, ਠੀਕ ਹੈ, ਜਿਹੜਾ ਪ੍ਰੋਗਰਾਮ ਦਾ ਨਾਰਮਲ ਫਲੋ ਹੋਣਾ ਚਾਹੀਦਾ ਸੀ। ਮੰਨ ਲਓ ਸਟੈਪ ਏ ਤੋਂ ਸਟੈਪ ਬੀ ਗਿਆ, ਸਟੈਪ ਬੀ ਤੋਂ ਸਟੈਪ ਸੀ ਗਿਆ, ਦੈਨ ਕੁਝ ਕੰਪਿਊਟੇਸ਼ਨਸ ਕੀਤੀਆਂ, ਉਸ ਤੋਂ ਬਾਅਦ ਐਗਜ਼ਿਟ ਕਰ ਗਿਆ। ਇਹ ਨਾਰਮਲ ਪ੍ਰੋਸੈਸ ਸੀਗਾ ਆਪਣੇ ਪ੍ਰੋਗਰਾਮ ਦਾ, ਮੰਨ ਕੇ ਚੱਲੋ। ਬਟ ਜਾਂ ਤਾਂ ਉਹਨੂੰ ਕੰਪਾਈਲ ਕਰਦੇ ਟਾਈਮ 'ਤੇ ਜਾਂ ਉਹਨੂੰ ਰਨ ਕਰਦੇ ਟਾਈਮ 'ਤੇ ਸਾਨੂੰ ਉਸ 'ਚ ਐਰਰ ਆਇਆ, ਅਤੇ ਉਸ ਐਰਰ ਦੇ ਰਿਲੇਟਡ ਸਾਨੂੰ ਕੋਈ ਚੀਜ਼ ਪ੍ਰੋਬਲਮ ਫੇਸ ਹੋਈ, ਸਾਡਾ ਨਾਰਮਲ ਜਿਹੜਾ ਫਲੋ ਸੀ ਉਹ ਇੰਟਰਪਟ ਹੋ ਗਿਆ, ਉਸ ਦੇ ਵਿੱਚ ਕੋਈ ਦਿੱਕਤ ਆ ਗਈ, ਤਾਂ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਐਕਸੈਪਸ਼ਨ, ਠੀਕ ਹੈ। ਸੋ ਨੈਕਸਟ ਕੀ ਹੈ ਆਪਣੇ ਕੋਲ, when an error occurs, so when an error occurs during the runtime an object called an exception object is created। ਜਦੋਂ ਰਨ ਟਾਈਮ ਦੇ ਉੱਪਰ ਕੋਈ ਐਰਰ ਆਉਂਦਾ ਹੈ ਤਾਂ ਸਾਡੇ ਕੋਲ ਕੀ ਕਾਲ ਹੁੰਦਾ ਹੈ, ਇੱਕ ਐਕਸੈਪਸ਼ਨ ਆਬਜੈਕਟ ਕਾਲ ਹੁੰਦਾ ਹੈ, ਠੀਕ ਹੈ। ਐਕਸੈਪਸ਼ਨ ਆਬਜੈਕਟ ਇੱਥੇ ਕ੍ਰੀਏਟ ਹੁੰਦਾ ਹੈ। ਸੋ ਇਸ ਆਬਜੈਕਟ ਦੇ ਵਿੱਚ ਕੀ ਚੀਜ਼ ਹੁੰਦੀ ਹੈ, ਇਸ ਆਬਜੈਕਟ ਦੇ ਵਿੱਚ ਇਨਫੋਰਮੇਸ਼ਨ ਹੁੰਦੀ ਹੈ ਅਬਾਊਟ ਦਾ ਐਰਰ, ਕਿੱਦਾਂ ਦਾ ਐਰਰ ਸੀ, ਉਸ ਦੀ ਟਾਈਪ ਕੀ ਹੈ, ਅਤੇ ਉਸ ਦੀ ਸਟੇਟ ਕੀ ਹੈ, ਪ੍ਰੋਗਰਾਮ ਦੀ ਸਟੇਟ ਕੀ ਹੈ, ਮਤਲਬ ਪ੍ਰੋਗਰਾਮ ਇਸ ਟਾਈਮ ਦੇ ਉੱਤੇ ਖੜ੍ਹਾ ਕਿੱਥੇ ਹੈ, ਠੀਕ ਹੈ, ਕਿਹੜੇ ਸਟੈਪ ਦੇ ਉੱਪਰ ਪ੍ਰੋਗਰਾਮ ਹਾਲਟ ਹੋਇਆ, ਕਿਹੜੇ ਸਟੈਪ ਦੇ ਉੱਪਰ ਪ੍ਰੋਗਰਾਮ ਰੁਕਿਆ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਇਹ ਆਬਜੈਕਟ ਹੈ, ਇਟ ਇਜ਼ ਦੈਨ ਪਾਸ ਟੂ ਦਾ ਰਨ ਟਾਈਮ ਸਿਸਟਮ। ਇਹ ਰਨ ਟਾਈਮ ਸਿਸਟਮ ਨੂੰ ਪਾਸ ਹੁੰਦਾ, ਐਂਡ ਰਨ ਟਾਈਮ ਸਿਸਟਮ ਦਾ ਕੀ ਕੰਮ ਹੁੰਦਾ, ਇਸ ਆਬਜੈਕਟ ਨੂੰ ਕੀ ਕਰਨਾ ਹੈ, ਥਰੋ ਕਰਨਾ, ਠੀਕ ਹੈ, ਇਨ ਦਾ ਫਾਰਮ ਆਫ ਐਕਸੈਪਸ਼ਨ। ਐਕਸੈਪਸ਼ਨ ਦੀ ਫਾਰਮ 'ਚ ਇਸਨੇ ਕੀ ਕਰਨਾ ਹੈ, ਥਰੋ ਕਰਨਾ, ਠੀਕ ਹੈ। ਸੋ ਪਹਿਲਾ ਇੰਪੋਰਟੈਂਟ ਸਟੈਪ ਕੀ ਹੋ ਗਿਆ, ਐਕਸੈਪਸ਼ਨ ਆਬਜੈਕਟ ਕ੍ਰੀਏਟ ਹੋ ਕੇ ਕੀ ਹੋਣਾਗਾ, ਥਰੋ ਹੋਣਾ ਹੈਗਾ, ਠੀਕ ਹੈ। ਸੋ ਥਰੋਇੰਗ ਐਨ ਐਕਸੈਪਸ਼ਨ। ਦੇਖੋ ਜੇ ਐਕਸੈਪਸ਼ਨ ਮੈਨੂੰ ਪਤਾ ਹੀ ਨਹੀਂ ਲੱਗੂਗੀ, ਮੇਰੇ ਵੱਲੋਂ ਕੋਈ ਐਕਸੈਪਸ਼ਨ ਆਊਗੀ ਨਹੀਂ, ਮੈਨੂੰ ਇਹ ਨਹੀਂ ਪਤਾ ਲੱਗੂਗਾ ਕਿ ਕੀ ਐਰਰ ਆਇਆ, ਕੀ, ਤਾਂ ਫਿਰ ਮੈਨੂੰ ਇਹ ਵੀ ਨਹੀਂ ਪਤਾ ਲੱਗੂਗਾ ਉਹਦਾ ਸੋਲਿਊਸ਼ਨ ਕੀ ਦੇਣਾਗਾ, ਠੀਕ ਹੋ ਗਿਆ। ਸੋ ਥਰੋਇੰਗ ਐਨ ਐਕਸੈਪਸ਼ਨ ਇਜ਼ ਵੈਰੀ ਇੰਪੋਰਟੈਂਟ। ਅਗਰ ਇਹ ਨਹੀਂ ਆਏਗੀ ਤਾਂ ਉਦੋਂ ਤੱਕ ਆਪਾਂ ਇਸ ਦਾ ਕੋਈ ਸੋਲਿਊਸ਼ਨ ਨਹੀਂ ਦੇ ਸਕਦੇ, ਠੀਕ ਹੈ। ਸੋ ਇਸ ਦੇ ਵਿੱਚ ਆਪਣੇ ਕੋਲ ਕੀ ਹੈ, then next is what, the runtime system then searches the call stack, the runtime system then searches the call stack that contains a block code that can handle the exception। ਉਸ ਤੋਂ ਬਾਅਦ ਰਨ ਟਾਈਮ ਕੀ ਕਰੂਗਾ, ਰਨ ਟਾਈਮ ਇੱਕ ਪੂਰਾ ਨਾ ਕਾਲ ਸਟੈਕ ਹੁੰਦਾ ਹੈਗਾ। ਸਟੈਕ ਤਾਂ ਤੁਸੀਂ ਸਾਰਿਆਂ ਨੇ ਪੜ੍ਹਿਆ ਹੈਗਾ। ਸਟੈਕ ਇਜ਼ ਬੇਸਿਕਲੀ ਹੈ ਨਾ ਇੱਕ ਐਲੀਮੈਂਟ ਦੇ ਉੱਪਰ ਇੱਕ ਐਲੀਮੈਂਟ, ਜਿਸ ਦੇ ਵਿੱਚੋਂ ਤੁਸੀਂ ਇੰਸਰਸ਼ਨ ਵੀ ਟੌਪ ਤੋਂ ਕਰ ਸਕਦੇ ਹੋ ਐਂਡ ਡਿਲੀਸ਼ਨ ਵੀ ਕਿੱਥੋਂ ਕਰ ਸਕਦੇ ਹੋ, ਟੌਪ ਤੋਂ ਹੀ ਕਰ ਸਕਦੇ ਹੋ, ਠੀਕ ਹੈ। ਸੋ ਇੱਥੇ ਕੀ ਹੁੰਦਾ, ਇੱਥੇ ਆਪਣੇ ਕੋਲ ਨਾ ਅਲੱਗ-ਅਲੱਗ ਫੰਕਸ਼ਨ ਦਾ ਸਟੈਕ ਬਣਿਆ ਹੁੰਦਾ, ਤਾਂ ਜਿੱਦਾਂ ਦਾ ਤੁਹਾਡਾ ਐਕਸੈਪਸ਼ਨ ਹੈ ਉਸ ਅਕੋਰਡਿੰਗਲੀ ਉਸ ਸਟੈਕ ਦੇ ਵਿੱਚੋਂ ਇੱਕ ਪ੍ਰੋਪਰ ਜਿਹੜਾ ਆਪਣਾ ਕੋਡ ਹੈ ਜਿਹੜਾ ਕਿ ਉਸ ਐਕਸੈਪਸ਼ਨ ਨੂੰ ਹੈਂਡਲ ਕਰ ਸਕਦਾ, ਉਸ ਐਕਸੈਪਸ਼ਨ ਨੂੰ ਰਿਜ਼ੋਲਵ ਕਰ ਲੈਂਦਾ, ਤਾਂ ਉਸ ਨੂੰ ਅਸੀਂ ਕੀ ਕਰਦੇ ਹਾਂ, ਉਹ ਰਨ ਟਾਈਮ ਸਿਸਟਮ ਕੀ ਕਰਦਾ, ਉਹਦੇ ਲਈ ਸਰਚ ਕਰਦਾ, ਉਸ ਨੂੰ ਲੱਭਦਾ,
तो इस ब्लॉक नूं की कहा जाता, दिस इज कॉल्ड एक्सैप्शन हैंडलर। ठीक है, इसनूं की कहने आपां एक्सैप्शन हैंडलर। सो एक्सैप्शन हैंडलर chosen is set to catch the exception। ਹੁਣ ਦੋ ਇਵੈਂਟ ਇੱਥੇ ਧਿਆਨ ਨਾਲ ਦੇਖਣੇ ਆ। ਇੱਕ ਸੀਗਾ ਥਰੋਇੰਗ ਐਨ ਐਕਸੈਪਸ਼ਨ, ਜਿਸ ਦੇ ਵਿੱਚ ਅਸੀਂ ਐਕਸੈਪਸ਼ਨ ਆਬਜੈਕਟ ਕ੍ਰੀਏਟ ਕਰਕੇ ਉਸ ਨੂੰ ਕੀ ਕੀਤਾ ਸੀ, ਪਾਸ ਕੀਤਾ ਸੀ ਰਨ ਟਾਈਮ ਸਿਸਟਮ ਨੂੰ। ਠੀਕ ਹੈ, ਦੈਟ ਵਾਸ ਕਾਲਡ ਥਰੋਇੰਗ ਐਨ ਐਕਸੈਪਸ਼ਨ। ਉਸ ਤੋਂ ਬਾਅਦ ਸੈਕਿੰਡ ਕੰਮ ਜਿਹੜਾ ਸਾਡਾ ਚੱਲਦਾ ਹੈ ਐਕਸੈਪਸ਼ਨ ਹੈਂਡਲਰ ਨੂੰ ਲੱਭਣ ਦਾ। ਐਂਡ ਜਦੋਂ ਉਸ ਨੂੰ ਲੱਭ ਲਿਆ ਜਾਂਦਾ ਹੈ, ਚੁਣ ਲਿਆ ਜਾਂਦਾ ਹੈ, ਤਾਂ ਉਸ ਨੂੰ ਅਸੀਂ ਕੀ ਕਹਿੰਦੇ ਹੈਗੇ ਕਿ ਐਕਸੈਪਸ਼ਨ ਜਿਹੜੀ ਸੀ ਉਹ ਕੀ ਕਰ ਲਈ, ਅਸੀਂ ਕੈਚ ਕਰ ਲਈ, ਸਮਝ ਲਈ कि एक्सैप्शन की है। ठीक हो गया। सो अगर ब्रीफ च गल करिए तो वट इज़ एक्सैप्शन हैंडलिंग। एक्सैप्शन हैंडलिंग इज़ द प्रोसेस of throwing an exception that occur during the runtime and catching the exception with the help of a code block and processing it। so exception handling process है दो चीज़ों का। पहली चीज़ है throwing an exception, exception ਨੂੰ throw करना ਜਿਹੜੀ ਕਿ ਰਨ ਟਾਈਮ ਦੇ ਉੱਤੇ ਆਈ ਹੈ। ਦੂਸਰਾ ਐਕਸੈਪਸ਼ਨ ਨੂੰ ਕੈਚ ਕਰਨਾ ਵਿਦ ਦਾ ਹੈਲਪ ਆਫ ਅ ਕੋਡ ਬਲੌਕ। ਠੀਕ ਹੈ, ਜਿਹੜਾ ਕੋਈ ਕੋਡ ਉਸ ਦੇ ਲਈ ਬਣਿਆ ਹੋਇਆ ਜਿਹੜਾ ਕਿ ਉਹ ਐਕਸੈਪਸ਼ਨ ਨੂੰ ਸਮਝੇਗਾ, ਸਮਝ ਕੇ ਉਸ ਨੂੰ ਕੀ ਕਰੇਗਾ, ਸੋਲਵ ਕਰੇਗਾ। ਠੀਕ ਹੈ, ਉਹਨੂੰ ਪ੍ਰੋਸੈਸ ਕਰੇਗਾ। ਸੋਲਵ ਇਨ ਦਾ ਸੈਂਸ ਕਿ ਉਹ ਤੁਹਾਨੂੰ ਸੋਲਿਊਸ਼ਨ ਨਹੀਂ ਦੇਗਾ, ਉਹ ਤੁਹਾਡੀ ਉਸ ਐਕਸੈਪਸ਼ਨ ਦਾ ਜੋ ਮਤਲਬ ਹੈ ਤੁਹਾਨੂੰ ਉਹ ਮੀਨਿੰਗ ਕੱਢ ਕੇ ਦੇਗਾ। ਠੀਕ ਹੈ, ਸੋਲਿਊਸ਼ਨ ਤੁਸੀਂ ਆਪ ਦੇਖਣਾ ਕਿ ਕਿੱਥੇ ਚੇਂਜ ਕਰਨਾ ਹੈਗਾ ਕਿ ਕੋਡ ਨੂੰ ਸਹੀ ਹੋ ਜੇ। ਸੋ ਸਭ ਤੋਂ ਪਹਿਲਾਂ ਕੀ ਹੋ ਰਿਹਾ ਇੱਥੇ ਫਲੋ ਦੇਖ ਲਓ। ਪ੍ਰੋਬਲਮ ਆਈ, ਦੈਨ ਐਕਸੈਪਸ਼ਨ ਕ੍ਰੀਏਟ ਹੋਈ, ਐਕਸੈਪਸ਼ਨ ਥਰੋ ਹੋਈ ਅਤੇ ਐਕਸੈਪਸ਼ਨ ਨੂੰ ਹੈਂਡਲ ਕੀਤਾ ਗਿਆ। ਠੀਕ ਹੋ ਗਿਆ। ਸੋ ਦਿਸ ਵਾਜ਼ ਦਾ ਕੁਐਸਚਨ ਨੰਬਰ 1 ਕਿ ਐਕਸੈਪਸ਼ਨ ਹੈਂਡਲਿੰਗ ਕੀ ਹੈ ਜਾਵਾ ਦੇ ਵਿੱਚ। ਸੋ ਨਾਓ ਆਈ ਐਮ ਟੇਕਿੰਗ ਯੂਅਰ ਡਾਊਟਸ। ਅਗਰ ਕਿਸੇ ਨੂੰ ਕੋਈ ਡਾਊਟ ਹੈ ਇਸ ਕੁਐਸਚਨ ਦੇ ਰਿਗਾਰਡਿੰਗ, ਸੋ ਯੂ ਕੈਨ ਡਿਸਕਸ ਦੈਟ। ਹਾਂਜੀ ਕਲਾਸ, ਐਨੀ ਡਾਊਟ ਰਿਗਾਰਡਿੰਗ ਐਕਸੈਪਸ਼ਨ ਹੈਂਡਲਿੰਗ ਇਨ ਜਾਵਾ? ਗੁਨਰੀਤ, हेलो। हाँ जी, ओके है राजे, क्लियर है? ठीक है राजे। सो एक्सैप्शन बस इन्ना क याद रखना है कि एक्सैप्शन नॉर्मल एरर्स ਦੇ ਨਾਲੋਂ ਕਿਵੇਂ ਡਿਫਰ ਕਰਦਾ ਹੈ ਕਿ ਨॉर्मल एरर ਦੇ ਕੇਸ ਦੇ ਵਿੱਚ ਜਦੋਂ ਤੁਸੀਂ ਕੋਈ ਉਹ ਕਰਦੇ ਹੋ ਤਾਂ ਸਿੰਪਲੀ ਤੁਹਾਡਾ ਪ੍ਰੋਗਰਾਮ ਹਾਲਟ ਹੋ ਜਾਂਦਾ ਹੈ। ਬਟ ਇਸ ਦੇ ਵਿੱਚ ਤੁਸੀਂ ਕੀ ਕਰਦੇ ਹੋ, ਐਕਸੈਪਸ਼ਨਸ ਦੇ ਵਿੱਚ ਤੁਸੀਂ ਐਕਸੈਪਸ਼ਨਸ ਦੇ ਵਿੱਚ ਖੁਦ ਦਾ ਪਰਸਨਲ ਕੋਡ ਵੀ ਦੇ ਸਕਦੇ ਹੋ। ਠੀਕ ਹੈ ਨਾ, ਮੰਨ ਲਓ ਅਗਰ ਡਿਵਾਈਡ ਬਾਈ ਜ਼ੀਰੋ ਵਾਲਾ ਐਰਰ ਹੈ, ਸਭ ਨੂੰ ਪਤਾ ਹੈਗਾ ਕਿ ਕੋਈ ਵੀ ਨੰਬਰ ਡਿਵਾਈਡ ਬਾਈ ਜ਼ੀਰੋ ਨਹੀਂ ਹੋ ਸਕਦਾ ਹੈ ਨਾ। ਇਨਫਿਨਿਟੀ ਮੰਨ ਕੇ ਚੱਲਦੇ ਹਾਂ ਆਪਾਂ ਮੈਥਮੈਟਿਕਸ ਦੀ ਫਾਰਮ 'ਚ ਅਗਰ ਗੱਲ ਕਰੀਏ ਕਿ ਅਗਰ ਕੋਈ ਵੀ ਨੰਬਰ ਜ਼ੀਰੋ ਨਾਲ ਡਿਵਾਈਡ ਹੁੰਦਾ ਤੇ ਉਸ ਕੇਸ 'ਚ ਅਗਰ ਮੰਨ ਲਓ ਤੁਹਾਡੇ ਕੋਲ ਐਰਰ ਆ ਜਾਂਦਾ ਹੈ ਤਾਂ ਉਹਨੂੰ ਅਰਥਮੈਟਿਕ ਐਰਰ ਬੇਸਿਕਲੀ ਕਿਹਾ ਜਾਂਦਾ, ਅਰਥਮੈਟਿਕ ਐਕਸਪ੍ਰੈਸ਼ਨ ਦਾ ਐਰਰ ਹੈ। ਅਦਰਵਾਈਜ਼ ਤਾਂ ਉਹ ਡਿਫਾਲਟ ਮੈਸੇਜ ਤੁਹਾਨੂੰ ਦਊਗਾ। ਬਟ ਅਗਰ ਤੁਸੀਂ ਡਿਫਾਲਟ ਮੈਸੇਜ ਦੀ ਜਗ੍ਹਾ 'ਤੇ ਕੁਛ ਹੋਰ ਵੀ ਪ੍ਰਿੰਟ ਕਰਾਉਣਾ ਚਾਹੁੰਦੇ ਹੋ ਜਾਂ ਕੁਛ ਹੋਰ ਵੀ ਪ੍ਰੋਸੈਸਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਐਕਸੈਪਸ਼ਨ ਹੈਂਡਲਿੰਗ ਦੇ ਵਿੱਚ ਕਰ ਸਕਦੇ ਹੋ। ਯੂ ਕੈਨ ਡੂ ਦੈਟ। ਠੀਕ ਹੈ, ਸੋ ਐਕਸੈਪਸ਼ਨ ਹੈਂਡਲਿੰਗ ਅਲਾਊਜ਼ ਯੂ ਦਿਸ ਮਚ ਫਲੈਕਸੀਬਿਲਿਟੀ ਕਿ ਜਿਸ ਦੇ ਨਾਲ ਤੁਸੀਂ ਐਕਸੈਪਸ਼ਨਸ ਦੇ ਨਾਲ ਕੀ ਕਰਨਾ ਹੈ, ਐਕਸੈਪਸ਼ਨਸ ਨੂੰ ਕਿੱਦਾਂ ਪ੍ਰੋਸੈਸ ਕਰਨਾ ਹੈ, ਉਹ ਤੁਸੀਂ ਡਿਫਾਈਨ ਕਰ ਸਕੋ। ਠੀਕ ਹੈ, ਸੋ ਹੁੰਦੇ ਇਹ ਐਰਰਸ ਹੀ ਨੇ, ਹੁੰਦੇ ਇਹ ਜਿਹੜੀਆਂ ਤੁਹਾਡੀਆਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੋਰਮਲ ਫਲੋ ਦੇ ਵਿੱਚ ਜੋ ਤੁਹਾਨੂੰ ਰੁਕਾਵਟਾਂ ਹੁੰਦੀਆਂ ਨੇ, ਜੋ ਪ੍ਰੋਗਰਾਮ ਦਾ ਇੱਕ ਨੋਰਮਲ ਫਲੋ ਚੱਲਦਾ ਉਸ 'ਚ ਜਿਹੜੀਆਂ ਰੁਕਾਵਟਾਂ ਹੁੰਦੀਆਂ ਨੇ ਉਹ ਰੁਕਾਵਟਾਂ ਹੀ ਤੁਹਾਡੇ ਕੋਲ ਅੱਗੇ ਐਕਸੈਪਸ਼ਨਸ ਬਣਦੀਆਂ ਨੇ। ਠੀਕ ਹੋ ਗਏ। ਹੋਰ ਇੱਕ ਕਾਮਨ ਐਗਜ਼ਾਮਪਲ ਆ ਜਾਂਦੀ ਹੈ, ਜਿਵੇਂ ਮੰਨ ਲਓ ਇੱਕ ਐਰੇ ਹੈ। ਠੀਕ ਹੈ, ਸੋ ਐਰੇ ਦੇ ਵਿੱਚ ਤੁਸੀਂ ਕੀ ਕੀਤਾ, ਉਹ ਐਲੀਮੈਂਟ ਐਕਸੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਉਸ ਦੀ ਰੇਂਜ ਤੋਂ ਬਾਹਰ ਹੈ। ਮੰਨ ਲਓ ਅਗਰ 10 ਐਲੀਮੈਂਟ ਦਾ ਐਰੇ ਸੀਗਾ ਤਾਂ 0 to 9 ਲੈਟਸ ਤੁਸੀਂ ਅਗਰ ਲੈ ਰਹੇ ਹੋ ਤਾਂ 0 ਤੋਂ ਥੱਲੇ ਜਾਂ 9 ਤੋਂ ਉੱਪਰ ਤੁਸੀਂ ਐਕਸੈਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਊਟ ਆਫ ਬਾਊਂਡ ਦਾ ਐਰਰ ਆ ਜਾਂਦਾ ਹੈ। ਠੀਕ ਹੈ, ਸੋ ਉੱਦਾਂ ਦੀ ਐਗਜ਼ਾਮਪਲ ਆਪਣੇ ਕੋਲ ਹੋ ਜਾਂਦੀ। ਠੀਕ ਹੈ, ਹਾਂਜੀ ਕਲੀਅਰ ਐਵਰੀਵਨ? ਠੀਕ ਹੈ ਰਾਜੀ। ਸੋ ਨੈਕਸਟ ਕੁਐਸਚਨ ਪ੍ਰੋਸੀਡ ਕਰਦੇ ਹਾਂ ਅਗਰ ਇਸ 'ਚ ਕੋਈ ਡਾਊਟ ਨਹੀਂ ਹੈ।